ਤੁਹਾਡੀ ਹੋਸਟ ਸ਼ਗੁਫਤਾ ਲੋਧੀ ਪੰਜਾਬੀ ਬੈਠਕ ਦੀ ਇੱਕ ਹੋਰ ਨਸ਼ਿਸ਼ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਤੇ ਤੁਹਾਨੂੰ ਪਤਾ ਹਲੇ ਲਾਸਟ ਵੀਕ ਇੱਕ ਪਾਕਿਸਤਾਨ ਦੇ ਕੁਝ ਨੌਜਵਾਨ ਬੱਚਿਆਂ ਨੇ ਇੱਕ ਸ਼ਾਰਟ ਫਿਲਮ ਬਣਾਈ ਹੈ ਚੰਪਾ ਤੇ ਚੰਬੇਲੀ, ਔਰ ਉਹ ਬਹੁਤ ਪਸੰਦ ਕੀਤੀ ਗਈ ਹੈ। ਔਰ ਉਹਦਾ ਉਹਦੀ ਜਿਹੜੀ ਸਟੋਰੀ ਲਾਈਨ ਹੈ, ਉਹਦੇ ਵਿੱਚ ਜਿਹੜੇ ਐਕਟਰਸ ਨੇ, ਉਹਦੀ ਜਿਹੜੀ ਡਾਇਰੈਕਸ਼ਨ ਦਿੱਤੀ ਗਈ ਹੈ, ਉਹਦੇ ਵਿੱਚ ਜਿਹੜੇ ਡਾਇਲੌਗ ਨੇ, ਔਰ ਉਹ ਸਭ ਬਹੁਤ ਜ਼ਬਰਦਸਤ। ਉਹਦੀ ਸਿਨੇਮੈਟੋਗ੍ਰਾਫੀ ਵੀ, ਉਹਦਾ ਹਰ ਚੀਜ਼ ਜਿਹੜੀ ਹੈ ਕਿ ਇੱਕ ਵਾਰੀ ਜਦੋਂ ਉਹ ਰਿਲੀਜ਼ ਹੋਣ ਤੋਂ ਪਹਿਲੇ ਜਦੋਂ ਮੈਨੂੰ ਭੇਜੀ ਗਈ ਔਰ ਮੈਂ ਦੇਖਿਆ ਤੇ ਇੱਕਦਮ ਉਹ ਮੈਨੂੰ ਇਸ ਤਰ੍ਹਾਂ ਕਲਿੱਕ ਕੀਤੀ ਕਿਉਂਕਿ ਉਹਦੀ ਜਿਹੜੀ ਬਾਟਮ ਲਾਈਨ ਤੁਸੀਂ ਕਹਿੰਦੇ ਹੋ ਕਿਸੇ ਵੀ ਪ੍ਰੋਡਕਸ਼ਨ ਦੀ ਜਿਹੜੀ ਆ ਉਹ ਅਮੇਜ਼ਿੰਗ ਹੈ। ਉਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਸਾਡੇ ਕੋਲ ਅੱਜ ਨੇ ਉਸ ਚੰਪਾ ਤੇ ਚੰਬੇਲੀ ਦੇ ਡਾਇਰੈਕਟਰ ਤੇ ਰਾਈਟਰ ਹਸ਼ਾਮ ਬਿਨ ਮੁਨੱਵਰ, ਔਰ ਉਹਨਾਂ ਦੇ ਨਾਲ ਸਾਨੂੰ ਜੁਆਇਨ ਕੀਤਾ ਹੈ ਪ੍ਰੋਡਕਸ਼ਨ ਮੈਨੇਜਰ ਉਜ਼ਮਾ ਅਸ਼ਰਫ ਨੇ ਵੀ। ਤੇ ਤੁਹਾਨੂੰ ਦੋਵਾਂ ਨੂੰ ਮੈਂ ਜੀ ਆਇਆਂ ਨੂੰ ਆਖਣੀ ਹੈ ਜੀ ਆਪਣੀ ਪੰਜਾਬੀ ਬੈਠਕ ਵਿੱਚ। ਕੀ ਹਾਲ ਚਾਲ ਹੈ ਤੁਹਾਡਾ? ਬਿਲਕੁਲ ਠੀਕ ਠਾਕ ਜੀ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ। ਗਿਮੀ ਟੀਵੀ ਤੁਹਾਨੂੰ ਜੀ ਵੈਲਕਮ ਕਰਦਾ ਹੈ ਇਸ ਪਲੇਟਫਾਰਮ ਤੇ, ਔਰ ਕਿਉਂਕਿ ਤੁਹਾਡੀ ਹਲੇ ਮੇਰਾ ਖਿਆਲ ਹੈ ਪਿਛਲੇ ਹਫਤੇ ਹੀ ਤੁਹਾਡੀ ਇਹ ਸ਼ਾਰਟ ਫਿਲਮ ਰਿਲੀਜ਼ ਹੋਈ ਹੈ ਜੀ। ਅਭੀ 3-4 ਦਿਨ ਹੋਏ ਆ, ਚਲੋ ਪਿਛਲੇ ਹਫਤੇ ਦਾ 3-4 ਦਿਨ ਤੇ 3-4 ਦਿਨ ਹੋਈ ਹੈ, ਔਰ ਬੜਾ ਅੱਛਾ ਉਹਦਾ ਫੀਡਬੈਕ ਮਿਲ ਰਿਹਾ। ਤੇ ਦੋਸਤੋ ਤੁਹਾਨੂੰ ਮੈਂ ਇਹ ਵੀ ਦੱਸਦੀ ਜਾਵਾਂ ਕਿ ਹਸ਼ਾਮ ਨੂੰ ਅਸੀਂ ਅੱਜ ਬਿਠਾਇਆ ਤੇ ਹਸ਼ਾਮ ਨੂੰ ਥੋੜੀ ਪੰਜਾਬੀ ਜਿਹੜੀ ਹੈ ਉਹ ਥੋੜੀ ਆਉਂਦੀ ਹੈ, ਲੇਕਿਨ ਉਰਦੂ ਪੰਜਾਬੀ ਦੋਵਾਂ ਚ ਮਿਲ ਕੇ ਗੱਲ ਕਰਾਂਗੇ। ਬਟ ਉਜ਼ਮਾ ਅਸ਼ਰਫ ਜਿਹੜੇ ਨੇ ਉਹ ਸਾਡੀ ਪੰਜਾਬੀ ਭੈਣ ਹੈ ਤੇ ਉਹ ਤੇ ਪੰਜਾਬਣ, ਠੀਕ ਹੈ। ਤੇ ਕਿਉਂਕਿ ਅਸੀਂ ਅਸਲ ਚ ਨਾ ਪੰਜਾਬੀ ਬੈਠਕ ਤੇ ਜਿੰਨੇ ਵੀ ਸ਼ੋਅ ਕਰਦੇ ਆ, ਅਸੀਂ ਜਿਸ ਤਰ੍ਹਾਂ ਤੁਸੀਂ ਜਿਹੜਾ ਸਾਡੀ ਨਵੀਂ ਪੀੜ੍ਹੀ ਜਿਹੜਾ ਕੰਮ ਕਰਦੀ ਆ, ਅਸੀਂ ਉਹਨਾਂ ਕੰਮ ਨੂੰ ਬਹੁਤ ਸਰਾਹਨੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਸਾਨੂੰ ਨਾ ਹੌਸਲਾ ਅਫਜ਼ਾਈ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਸੇ ਤਰ੍ਹਾਂ ਕਦੀ ਅਸੀਂ ਵੀ ਨਵੀਂ ਪੀੜ੍ਹੀ ਸਾਂ ਤੇ ਸਾਨੂੰ ਹੀ ਸਾਡੇ ਜਿਹੜੇ ਸੀਨੀਅਰਸ ਦੇ ਜਿਹੜੇ ਕੰਮ ਕਰਦੇ ਪਏ ਸੀ ਉਹਨਾਂ ਨੇ ਵੀ ਸਾਡਾ ਹੱਥ ਫੜਿਆ ਸੀ। ਤੇ ਇਸੇ ਤਰ੍ਹਾਂ ਉਹ ਕੀ ਕਹਿੰਦੇ ਨੇ ਨਾ, ਮੋਮਬੱਤੀ ਨਾ ਮੋਮਬੱਤੀ ਬਾਲਦੇ ਜਾਈਏ ਤੇ ਇਸ ਤਰ੍ਹਾਂ ਹੀ ਕੰਮ ਅੱਗੇ ਵੱਧਦਾ ਹੈ। ਤੇ ਤੁਸੀਂ ਮੈਨੂੰ ਇਹ ਦੱਸੋ ਹਸ਼ਾਮ ਕਿ ਹਾਊ ਡਿਡ ਯੂ ਫੀਲ ਕਿ ਤੁਸੀਂ ਇਹ ਫਿਲਮ ਨੂੰ ਲਿਖੋ, कैसे लिखने का ख्याल आया? ये इनिशिएट हुआ एक्चुअली एक प्रोड्यूसर हैं बदर इकराम सर। अच्छा। और वो हम फिल्म्स को भी हेड कर, मैं उनको इस तरह से जानता था कि मेरी फीचर फिल्म जब रिलीज हो रही थी तो वो हम फिल्म्स की तरफ से उनके साथ मिली थी। तो उन्होंने उनकी अपनी भी सेंस और एस्थेटिक्स जो है ना मुझे बड़े अच्छे लगते हैं और हमारे मैच भी करते हैं, शायद इसलिए अच्छे लगते हैं। अच्छा। तो उन्होंने वो उनका ये आइडिया था बेसिक के 2 कैरेक्टर्स हो, और एक इंडिया से हो और एक पाकिस्तान से हो। और अब मैं ज्यादा नहीं रिवील करता क्योंकि वो तो फिल्म खराब होगी जी। तो बेसिक आइडिया उन्होंने मुझे दिया, ठीक है, और फिर उसके ऊपर मैंने स्टोरी डेवलप की। तो मैं दोनों तरह से बड़ा शुक्रगुजार हूँ उनका। एक तो आइडिया बहुत मजे का था जो उन्होंने मुझे सुनाया, तो मुझे लगा कि हाँ इसके ऊपर काम करने में मजा है। और दूसरा ये कि पाकिस्तान में आपको जनरली शॉर्ट फिल्म के प्रोड्यूसर्स वगैरह नहीं मिलते, तो ये बिल्कुल अभी एक नई डिमांड शुरू हुई है और ये सूटेबल बहुत ज्यादा है क्योंकि एक तो जो अपनी कहानी सुनाना चाहते हैं उनके लिए या तो फिल्म है या फिर दूसरी तरफ बिल्कुल टीवी है, और टीवी में बिल्कुल डिफरेंट तरह का काम हो रहा है और फिल्म का एक अलग प्रेशर है। ये दरमियान की चीजें जहाँ जो कहानियां आप एक्चुअली सुनाना चाहते हैं वो आप सुना सकते हैं। बहुत अच्छी आपने मतलब ये वाली जेड़ी है कहानी बहुत जबरदस्त कहानी है। और क्योंकि हुन लोग यूट्यूब पे आ चुकी है और लोग चंपा ते चंबेली, मैं अपने सारे दोस्तों को कहांगे जी चंपा ते चंबेली तुसी यूट्यूब दे उत्ते देखो जिहदे बारे च असीं अज गलबात करनी है। और अच्छा किस तरह तुहाडे ज़हन च आया? साडे नाल बैठे ने उज़मा अशरफ भी प्रोडक्शन मैनेजर है, ते उज़मा ਤੁਸੀਂ ਕਿਸ ਤਰ੍ਹਾਂ ਇਸ ਫਿਲਮ ਨੂੰ ਨਾਲ ਹਸ਼ਾਮ ਦੇ ਐਜ਼ ਅ ਮੈਨੇਜਰ
ਕੰਮ ਕਰਨ ਦਾ ਕਿਸ ਤਰ੍ਹਾਂ ਤੁਹਾਡੇ ਜ਼ਿਹਨ 'ਚ ਕਿਸ ਤਰ੍ਹਾਂ ਖਿਆਲ ਆ ਗਿਆ ਕਿ ਤੁਸੀਂ ਆਪਸ 'ਚ ਪਹਿਲੇ ਆਲਰੇਡੀ ਵੀ ਕੰਮ ਕਰਦੇ ਪਏ ਹੋ? मैं थोड़ा सा एक्सप्लेन भी कर दूं। ये नाम क्रेडिट्स में एक प्रोडक्शन मैनेजर का है, लेकिन उसमें एक एसोसिएट राइटर भी थी। हमने जब स्क्रिप्ट डेवलप किया तो मेरे साथ थी, और उसके अलावा बाकी भी बहुत सारे, जैसे आर्ट डायरेक्शन में, कास्टिंग में, हर चीज में ये थ्रू आउट हमारे साथ। अच्छा, मतलब कि उस्मा हर काम दे विच ना बहुत सारियां चीजां दे विच तुहाडे नाल है ना? अच्छा, ਜਦੋਂ ਤੁਸੀਂ ਰਲ ਕੇ ਕੰਮ ਕਰ ਰਹੇ ਹੁੰਦੇ ਹੋ ਨਾ, ਔਰ ਇੱਕ ਜਗ੍ਹਾ ਤੇ ਰਹਿ ਰਹੇ ਹੁੰਦੇ ਹੋ, ਤੇ ਉਦੋਂ ਫਿਰ ਇਸ ਤਰ੍ਹਾਂ ਦੇ, ਮਤਲਬ ਅਗਰ ਮੈਂ ਵੀ ਕੁਝ ਲਿਖ ਰਹੀ ਹੁੰਦੀ ਔਰ ਮੈਂ ਕੁਝ ਇਸ ਤਰ੍ਹਾਂ ਦੇ ਕੰਮ ਦੇ ਵਿੱਚ, ਹਿਸ਼ਾਮ ਦਾ ਤੇ ਕਿਉਂਕਿ ਤਜਰਬਾ ਹੈ, ਹਿਸ਼ਾਮ ਨੇ ਪਹਿਲੇ ਫੀਚਰ ਫਿਲਮ ਬਣਾਈ ਹੋਈ ਹੈ, ਲਾਸਟ ਈਅਰ ਰਿਲੀਜ਼ ਵੀ ਹੋਈ ਸੀ, ਰੈਡੀ ਸਟੱਡੀ ਨੂੰ, ਠੀਕ ਤੇ ਹੈ। ਉਹਨਾਂ ਦੇ ਨਾਲ ਮਿਲ ਕੇ ਸ਼ਾਰਟ ਫਿਲਮ ਦਾ ਸਕ੍ਰਿਪਟ ਕਿੰਜ ਲਿਖੇ ਤੇ ਮੈਨੂੰ ਸ਼ਾਰਟ ਸਟੋਰੀ ਲਿਖਣ ਦਾ ਬਹੁਤ ਸ਼ੌਕ ਹੈ। ਮੈਂ ਪੰਜਾਬੀ ਦੇ ਵਿੱਚ ਲਿਖਣੀ ਵੀ ਆ, ਪੰਜਾਬੀ ਪੋਇਟਰੀ ਦਾ ਬਹੁਤ ਸ਼ੌਕ ਹੈ, ਉਹ ਵੀ ਮੈਂ ਲਿਖਦੀ ਰਹਿੰਦੀ ਹਾਂ। ਲੇਕਿਨ ਇਹ ਮੇਰਾ ਇੱਕ ਵਾਰੀ ਇੱਕ ਨਵਾਂ ਐਕਸਪੀਰੀਅੰਸ ਸੀ। ਹਾਂ, ਤੇ ਗੱਲ ਹੈ ਕਿ ਹਿਸ਼ਾਮ ਨੇ ਉਸ ਤਰ੍ਹਾਂ ਮੈਨੂੰ ਐਕਸਪੀਰੀਅੰਸ ਕਰਵਾਇਆ ਕਿ ਜਿਸ ਤਰ੍ਹਾਂ ਕਿ ਤੁਸੀਂ ਵਨ ਲਾਈਨਰ ਲਿਖੋ ਤੇ ਤੁਸੀਂ ਕਿੰਜ ਲਿਖੋਗੇ। ਤੇ ਉਹ ਮੈਨੂੰ ਯਾਦ ਆਉਂਦਾ ਕਿ ਜਦੋਂ ਬਚਪਨ ਦੇ ਵਿੱਚ ਮੇਰੇ ਅੱਬੂ ਪੋਇਟਰੀ ਕਰਦੇ ਸਨ, ਤੇ ਉਹ ਮੈਨੂੰ ਕਹਿੰਦੇ ਸਨ ਕਿ ਉਸमें ਅਗਲੀ ਲਾਈਨ ਮੈਨੂੰ ਸਮਝ ਨਹੀਂ ਆ ਰਹੀ ਤੇ ਇਹ ਕਿੰਜ ਲਿਖੀ ਜਾਏਗੀ, ਰਦੀਫ ਕਾਫੀਆ ਵੀ ਮਿਲਾ ਕੇ ਔਰ ਉਹਦੀ ਫੀਲ ਨੂੰ ਵੀ। ਤੇ ਮੈਂ ਆਪਣੇ ਵੱਲੋਂ ਬਣਨਾ ਕਿ ਲੋ ਜੀ ਅੱਬੂ ਨੂੰ ਤੇ ਸਮਝ ਹੀ ਨਹੀਂ ਆ ਰਹੀ। ਹਾਂ, ਲਾਈਨ ਦੇਣੀ ਤੇ ਅੱਬੂ ਬੜੇ ਖੁਸ਼ ਹੁੰਦੇ ਸੀ ਕਿ ਮਤਲਬ ਇਹਦੀ ਸੈਂਸ, ਉਹ ਜ਼ਾਹਿਰ ਹੈ ਮੇਰੀ ਤਾਲੀਮ ਹੋ ਰਹੀ ਸੀ। ਤੇ ਉਸੇ ਤਰ੍ਹਾਂ ਹਿਸ਼ਾਮ ਜਦੋਂ ਲਿਖ ਰਹੇ ਸਨ ਸਕ੍ਰਿਪਟ, ਤੇ ਹਿਸ਼ਾਮ ਮੈਨੂੰ ਵਿੱਚ ਕਹਿਣਾ ਕਿ ਅੱਛਾ ਤੁਸੀਂ ਅਗਰ ਇਹਨੂੰ ਲਿਖੋ ਤੇ ਕਿੰਜ ਲਿਖੋਗੇ। ਤੇ ਮੈਂ ਬੜੇ ਸ਼ੌਕ ਨਾਲ ਵਨ ਲਾਈਨਰ ਕਿ ਅੱਛਾ ਹੁਣ ਮੈਂ ਸ਼ਾਰਟ ਫਿਲਮ ਦਾ ਵੀ ਲਿਖ ਕੇ ਦੇਖਣੀ ਆ। ਤੇ ਫਿਰ ਉਹਦੇ ਵਿੱਚੋਂ ਆਈਡੀਆ ਕੋਈ ਪਸੰਦ ਆਇਆ ਤੇ ਇਹਨਾਂ ਨੇ ਉਹਦੇ ਵਿੱਚ ਕੀਤਾ। ਸੋ ਇਸ ਤਰ੍ਹਾਂ ਪ੍ਰੋਸੈਸ ਦੇ ਵਿੱਚ ਮੈਂ ਸ਼ਾਮਿਲ ਰਹੀ ਹਾਂ ਥਰੂ ਆਊਟ। ਔਰ ਕਾਸਟਿੰਗ ਦੇ ਵਿੱਚ ਵੀ ਅਸੀਂ ਮਿਲ ਕੇ ਡਿਸਾਈਡ ਕੀਤਾ ਕਿ ਕੌਣ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਕੈਰੈਕਟਰ ਹੋਣਾ ਚਾਹੀਦਾ ਹੈ, ਕੌਣ ਪੁਲ ਆਫ ਕਰ ਸਕਦਾ ਹੈ। ਔਰ ਟਾਈਮ ਵੀ ਕਿਉਂਕਿ ਸ਼ਾਰਟ ਸੀ ਸਾਡੇ ਕੋਲ, ਅਸੀਂ ਸਕ੍ਰਿਪਟ ਤੇ ਲਿਖ ਲਿਆ ਹੋਇਆ ਸੀ, ਪਰ ਜਦੋਂ ਸ਼ਾਰਟ ਫਿਲਮ ਤੱਕ ਗੱਲ ਪਹੁੰਚੀ ਕਿ ਸ਼ਾਰਟ ਫਿਲਮ ਬਣਾਉਣੀ ਹੈ ਔਰ 14 ਅਗਸਤ ਵੀ ਨੇੜੇ ਹੈ, ਤੇ ਸਾਡੇ ਕੋਲ ਤੁਸੀਂ ਸਮਝੋ ਕਿ ਬਹੁਤ ਹੀ ਥੋੜਾ ਟਾਈਮ ਸੀ ਕਿ ਅਸੀਂ ਉਹਦੇ 'ਚ ਕਾਸਟਿੰਗ ਵੀ ਕਰਨੀ ਸੀ, ਪ੍ਰੋਡਕਸ਼ਨ ਵਾਲਾ ਸਾਰਾ ਕੰਮ ਵੀ ਕਰਨਾ ਸੀ, ਫਿਰ ਸ਼ੂਟ ਵੀ 7 ਦਿਨਾਂ ਦੇ ਵਿੱਚ ਸ਼ੂਟ ਹੋ ਕੇ ਔਰ ਐਡਿਟ ਹੋ ਕੇ ਔਰ ਫਿਲਮ ਜਿਹੜੀ ਉਹ ਔਨ 에ਅਰ ਆ ਵੀ ਗਈ ਔਰ ਤੁਸੀਂ ਦੇਖੀ। ਬਹੁਤ ਜ਼ਬਰਦਸਤ। ਹਾਂ, ਇਹਦਾ ਮਤਲਬ ਇਹ ਨਾ ਕਿ ਇੱਕ ਤਰ੍ਹਾਂ ਦਾ ਟੀਮ ਵਰਕ, ਬ੍ਰੇਨ ਜਦੋਂ ਇੱਕ ਇਕੱਲਾ ਬ੍ਰੇਨ ਜਦੋਂ ਦੋ ਨਾਲ ਹੋ ਜਾਣ, ਜਾਂ ਜ਼ਾਹਿਰ ਹੈ ਇੱਕ ਹੁੰਦਾ ਤੇ ਟੀਮ ਵਰਕ ਹੀ ਹੈ, ਲੇਕਿਨ ਇਹ ਬੜਾਪਨ ਹੈ ਹਿਸ਼ਾਮ ਦਾ ਵੀ ਕਿ ਉਹਨੇ ਕਿਹਾ ਕਿ ਚਲੋ ਜੀ ਉਸਮਾ ਦੱਸ ਨਾ ਜ਼ਰਾ ਇਹਦੇ ਅੱਗੇ ਕੀ ਹੋਏਗਾ। ਬਟ ਇਨ ਫੈਕਟ he was teaching you, he was training you, yeah, है ना? ਤੇ ਇਹ ਫਸਟ ਪਹਿਲੀ ਵਾਰੀ ਮੇਰਾ ਤਾਂ ਤਜਰਬਾ ਹੈ ਫਿਲਮ ਲਾਈਨ ਦੇ ਵਿੱਚ ਇਸ ਤਰ੍ਹਾਂ ਕੁਝ ਲਿਖਣ ਔਰ ਉਸ ਤਰ੍ਹਾਂ ਵੀ ਕਾਸਟਿੰਗ ਜਾਂ ਪ੍ਰੋਡਕਸ਼ਨ ਦਾ ਵੀ ਕੰਮ ਜਿਹੜਾ ਉਹ ਮੈਂ ਪਹਿਲੀ ਵਾਰੀ ਕੀਤਾ। ਉਸ ਤਰ੍ਹਾਂ ਥੀਏਟਰ ਨਾਲ ਮੈਂ ਮੁੰਸਲਿਕ ਹਾਂ, ਬਚਪਨ ਤੋਂ ਹਾਂ, 6 ਸਾਲ ਦੀ ਹਾਂ ਜਦੋਂ ਦੀ ਥੀਏਟਰ ਕਰ ਰਹੀ ਹਾਂ। ਡਾਂਸ ਦੇ ਨਾਲ ਮੈਂ ਮੁੰਸਲਿਕ ਹਾਂ, ਫਿਰ ਪੋਇਟਰੀ ਰਾਈਟਿੰਗ ਇਹਨਾਂ ਚੀਜ਼ਾਂ ਦੇ ਨਾਲ। ਲੇਕਿਨ ਇਹ ਬਿਲਕੁਲ ਇੱਕ ਵੱਖਰੀ ਫੀਲਡ ਹੈ, ਇਹ ਬਿਲਕੁਲ ਡਿਫਰੈਂਟ ਹੈ। ਹਾਂ ਹਾਂ, प्रोडक्शन ਜਿਹੜੀ ਹੈ ਇਹ ਬਿਲकुल एक डिफरेंट चीज है, बिल्कुल सही कह रहे। अच्छा, तो जी जी वो मेरे भी फायदे में होता है क्योंकि टेक्निकल एस्पेक्ट मुझे पता है, स्ट्रक्चर वाइज मैंने चीजों को कैसे लेके जाना है तो मुझे पता है। लेकिन आइडियाज रॉ जो होते हैं ना, वो जितने ज्यादा आते हैं वो उतने ज्यादा आपकी चीज रिफाइन होती है, उसमें उतने तो वो कहीं से भी आ सकता है। सिर्फ ये देखना होता है कि उस आइडिया को हम स्ट्रक्चर के अंदर, स्टोरी के अंदर यूज कैसे कर सकते हैं। वो लेकिन ये भी गल है ना हिशाम कि तुसी अन्नी जे अपने कलीग ਨੂੰ ਜਾਂ ਆਪਣੇ ਫਰੈਂਡ ਨੂੰ ਜਾਂ ਤੁਸੀਂ ਆਪਣੇ ਦੋਸਤ ਨੂੰ ਇੰਨੀ ਸਪੇਸ ਦਵੋ ਤੇ ਫੇਰ ਹੈ ਨਾ। ਇੱਥੇ ਤੇ ਸਪੇਸ ਹੀ ਨਹੀਂ ਦਿੱਤੀ ਜਾਂਦੀ ਜਨਾਬ। ਤੁਸੀਂ ਜਿੱਥੇ ਬੈਠੇ ਹੋਏ ਹੋ, ਮੈਂ ਇੱਥੇ ਬੈਠ ਕੇ, ਤੁਸੀਂ ਸ਼ਾਇਦ ਉਹ ਗੱਲ ਨਹੀਂ ਕਰ ਸਕਦੇ, ਪਰ ਮੈਂ ਇੱਥੇ ਬੈਠ ਕੇ ਇਹ ਗੱਲ ਕਰ ਸਕਦੀ ਹਾਂ ਕਿ ਜਨਾਬੇ ਵਾਲਾ ਜਿਹੜੇ ਸੀਨੀਅਰ ਥੋੜੇ ਜੇ ਆ ਜਾਂਦੇ ਨੇ ਨਾ ਉੱਤੇ, ਉਹ ਤੇ ਕਹਿੰਦੇ ਨੇ ਇਹ ਛੋਟੇ ਨੇ, ਇਹਨਾਂ ਛੋਟਿਆਂ ਨੂੰ ਛੋਟਾ, ਉਹ ਜਿਹੜੇ ਛੋਟਾ ਨਹੀਂ ਹੁੰਦਾ ਉਹ ਛੋਟੇ ਇੱਧਰ ਆ ਜਾ, ਉਹ ਛੋਟੇ ਆ ਫੜ ਲਾ, ਉਹ ਤੇ ਛੋਟੇ ਨੂੰ ਵੱਡਾ ਹੀ ਨਹੀਂ ਹੋਣ ਦਿੰਦੇ। ਉਹ ਬੇਸ਼ੱਕ ਛੋਟੇ ਦੇ ਵਿੱਚ ਜਿੰਨੀਆਂ ਮਰਜ਼ੀ ਕੁਆਲਿਟੀਜ਼ ਹੋਣ, ਕਿਉਂਕਿ ਇਨਸਿਕਿਉਰਿਟੀ ਵੀ ਆ ਜਾਂਦੀ ਹੈ ਨਾ। ਬਟ ਤੁਸੀਂ ਬਹੁਤ ਵਧੀਆ ਕੰਮ ਕੀਤਾ। ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਅੱਛੀ ਉਹਦੀ ਲੱਗੀ ਕਿ ਕਿਸ ਤਰ੍ਹਾਂ ਇੱਕ ਤੇ ਚੀਜ਼ ਜਿਹੜੀ ਤੁਸੀਂ ਉਹਦੇ 'ਚ ਕੀਤੀ ਹੈ ਕਿ ਕਿਸ ਤਰ੍ਹਾਂ ਫੇਸਬੁੱਕ, ਸੋਸ਼ਲ ਮੀਡੀਆ ਜਿਸ ਤਰ੍ਹਾਂ ਇਸਤੇਮਾਲ ਹੋ ਰਿਹਾ ਹੈ ਕਿ ਦੇਖੋ ਉਧਰ ਇੱਕ ਬਜ਼ੁਰਗ ਬੰਦਾ ਹੈ, ਉਹਦਾ ਵੀ ਦਿਲ ਕਰਦਾ ਹੈ ਕਿ ਵੀ ਉਹ ਕਿਸੇ ਨਾਲ ਗੱਲਬਾਤ ਕਰੇ, ਕਿਉਂਕਿ ਜਦੋਂ ਬਹੁਤ ਤੁਸੀਂ ਕਰੰਟ ਸਿਚੁਏਸ਼ਨ ਜਿਹੜੀ ਬਿਆਨ ਕੀਤੀ ਹੈ ਬਿਲਕੁਲ ਉਹ ਬਹੁਤ ਰੀਅਲਿਸਟਿਕ ਹੈ ਕਿ
ਜਿਸ ਤਰ੍ਹਾਂ ਬਜ਼ੁਰਗ ਹੋ ਜਾਂਦੇ ਨੇ ਉਹ ਆਪਣੇ ਬੱਚਿਆਂ ਨੂੰ ਪਾਲ ਪੂਲ ਕੇ ਕਰਦੇ ਨੇ ਤੇ ਅਖੀਰ ਦੇ ਵਿੱਚ ਵੀ ਉਹ ਇਕੱਲੇ ਹੁੰਦੇ ਨੇ, ਲੇਕਿਨ ਉਹਨਾਂ ਨੂੰ ਵੀ ਕੁਝ ਜ਼ਰੂਰਤ ਹੁੰਦੀ ਹੈ ਸੋਸ਼ਲਾਈਜੇਸ਼ਨ ਦੀ, ਕਮਿਊਨੀਕੇਸ਼ਨ ਦੀ, ਤੇ ਫਿਰ ਉਹ ਕੁੜੀ ਬਣ ਕੇ ਤੇ ਉਹ ਦੂਸਰੇ ਨਾਲ ਗੱਲ ਕਰਦੇ ਆ। ਪਰ ਉਹਦੇ ਬਾਅਦ ਦੂਜੇ ਪਾਸੇ ਜਿਹੜਾ ਯੰਗ ਇੱਕ ਬੱਚਾ ਦੱਸਿਆ ਤੁਸੀਂ, ਉਹ ਜਿਹੜਾ ਉਹਨੂੰ ਵੀ ਜ਼ਿੰਦਗੀ ਦੀ ਸਟਰਗਲ ਚ ਹੈ ਨਾ, ਉਹ ਸਟਰਗਲ ਦੇ ਨਾਲ ਉਹਦੀ ਵੀ ਦੋਸਤੀ, ਫਿਰ ਦੋਵਾਂ ਦੀ ਇੱਕ ਨਾ ਸਰਵਾਈਵਲ ਆਫ ਦਾ ਫਿਟੈਸਟ ਹੋ ਗਈ ਨਾ ਦੋਵਾਂ ਦੀ, ਕਿ ਉਹਨੂੰ ਜੇ ਉਹਦੀ ਜਿਹੜੀ ਨੀਡ ਹੈ, ਦੂਜੇ ਪਾਸੇ ਉਹਦੀ ਜਿਹੜੀ ਨੀਡ ਹੈ, ਤੇ ਫਿਰ ਦੋਵੇਂ। ਲੇਕਿਨ ਤੁਸੀਂ ਕਲਾਈਮੈਕਸ ਬੜਾ ਅੱਛਾ ਕੀਤਾ, ਕਲਾਈਮੈਕਸ ਵਾਸ ਅਮੇਜ਼ਿੰਗ, ਕਿ ਤੁਸੀਂ ਦੇਖੋ ਕਿ ਲੋਕ ਪਿਆਰ ਦੀ ਗੱਲ ਜਿਹੜੀ ਹੈ ਨਾ ਉਹਨੂੰ ਸੱਚੀਆਂ ਸੱਚੀਆਂ ਐਕਸੈਪਟ ਨਹੀਂ ਕਰਦੇ, ਤੇ ਜਦੋਂ ਇੰਡੀਆ ਪਾਕਿਸਤਾਨ ਦੀ ਕੋਈ ਉਹ ਮੁਖਾਲਫਤ ਵਾਲੀ ਗੱਲ ਆ ਜਾਂਦੀ, ਆਓ ਜੀ ਤੁਸੀਂ ਸਾਡੇ ਟਮਾਟਰ ਤੇ ਤੁਸੀਂ ਇਹ ਤੇ ਉਹ ਬਹੁਤ ਪਿਆਰਾ ਲਿਖਿਆ ਤੁਸੀਂ। ਮੈਂ ਤੁਹਾਨੂੰ ਨਾ ਮਤਲਬ ਦਿਲੋਂ ਮੈਂ ਤੁਹਾਨੂੰ ਵਧਾਈਆਂ ਉਹਦੀਆਂ ਦਵਾਂਗੀ ਕਿ ਬਹੁਤ ਸੋਹਣੀ। ਔਰ ਇਸ ਵਜ੍ਹਾ ਨਾਲ ਮੈਂ ਪੂਰੀ ਦੀ ਪੂਰੀ ਅਸੀਂ ਗੱਲਬਾਤ ਸਟੋਰੀ ਬਾਰੇ ਤੇ ਫਿਲਮ ਬਾਰੇ ਨਹੀਂ ਕਰਾਂਗੇ, ਕਿਉਂਕਿ ਅਸੀਂ ਚਾਹਾਂਗੇ ਕਿ ਸਾਡੇ ਜਿੰਨੇ ਵੀ ਪਾਕਿਸਤਾਨ 'ਚ, ਇੰਡੀਆ 'ਚ, ਔਰ ਸਾਡਾ ਇਹ ਸ਼ੋਅ ਜਿਹੜਾ ਪੰਜਾਬੀ ਬੈਠਕ ਹੈ ਸਾਡਾ ਬਹੁਤ ਪਪੂਲਰ ਹੈ ਆਪਣੇ ਓਵਰਸੀਜ਼, ਆਪਣੇ ਜਿੰਨੇ ਵੀ ਇੰਡੀਅਨ ਕਮਿਊਨਿਟੀ ਔਰ ਜਿੰਨੀ ਵੀ ਪਾਕਿਸਤਾਨੀ ਕਮਿਊਨਿਟੀ ਹੈ, ਬਿਕੋਜ਼ ਉਹ ਰਿਲੇਟ ਕਰਦੇ ਨੇ ਸਾਡੇ ਨਾਲ, ਤੇ ਉਹ ਜਿੱਥੇ ਜਿੱਥੇ ਬੈਠੇ ਨੇ ਜੀ YouTube ਖੋਲ ਲਵੋ। ਤੇ ਤੁਸੀਂ ਪਹਿਲੇ YouTube ਦਾ ਲਿੰਕ ਦੱਸੋ ਜੀ, ਉਜ਼ਮਾ ਵੀ ਦੱਸ ਦੇਵੇ ਤੇ ਹਿਸ਼ਾਮ ਉਰਦੂ 'ਚ ਦੱਸ ਦੇ, ਉਜ਼ਮਾ ਪੰਜਾਬੀ 'ਚ ਦੱਸ ਦੇ, ਤਾਂ ਕਿ ਸਾਰੇ ਲੋਕ ਦੇਖ ਲੈਣ। ਸੀ ਪ੍ਰਾਈਮ ਹੈ ਜੀ ਚੈਨਲ YouTube ਦਾ, YouTube ਤੇ ਉਸ ਪ੍ਰਾਈਮ ਦੇ ਉੱਤੇ ਸ਼ਾਰਟ ਫਿਲਮਾਂ ਜਿਹੜੀਆਂ ਨੇ, ਔਰ ਇਹਦਾ ਪ੍ਰੋਮੋ ਵੀ ਪਿਆ ਹੋਇਆ ਹੈ, ਔਰ ਚੰਪਾ ਚੰਬੇਲੀ ਮੂਵੀ ਦੇ ਨਾਂ ਤੋਂ ਵੀ ਮਤਲਬ ਉਹ ਮੂਵੀ ਵੀ ਪਈ ਹੋਈ, 5 ਮਿੰਟ ਦੀ ਸ਼ਾਰਟ ਫਿਲਮ ਹੈ, ਤੇ ਐਂਡ ਪਤਾ ਵੀ ਨਹੀਂ ਲੱਗਦਾ ਤੁਸੀਂ ਜਦੋਂ ਖੋਲਦੇ ਹੋ ਤੇ ਕਦੋਂ ਮੁੱਕ ਜਾਂਦੀ ਹੈ। ਤੇ ਕੋਸ਼ਿਸ਼ ਇਹੀ ਕੀਤੀ ਹੈ ਕਿ ਜਿਹੜੇ ਸਾਡੇ ਵੇਖਣ ਵਾਲੇ ਨੇ ਉਹਨਾਂ ਨੂੰ ਪਸੰਦ ਆਏ, ਉਹ ਇੰਜੋਏ ਕਰਨ, ਔਰ ਜਾਂ ਜਿਹੜਾ ਟਾਈਮ ਕਰੋਨਾ ਦਾ ਜਾ ਰਿਹਾ ਸੀ ਉਹਦੇ ਵਿੱਚ ਸ਼ਾਮ ਸਟੋਰੀ ਲਿਖ ਰਹੇ ਸਨ, ਔਰ ਉਹ ਉਸੇ ਤਰ੍ਹਾਂ ਕਿ ਕਿਸ ਤਰ੍ਹਾਂ ਜਿਹੜੇ ਘਰਾਂ ਦੇ ਵਿੱਚ ਲੋਕੀ ਬੈਠੇ ਨੇ, ਔਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਰੀਅਲਿਸਟਿਕ ਕਿਸ ਤਰ੍ਹਾਂ ਹੈ, ਤੇ ਉਹ ਉਹਨਾਂ ਦੀ ਇਮੋਸ਼ਨਸ ਦੇ ਨਾਲ ਔਰ ਰਿਐਲਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੀ ਇਮੋਸ਼ਨਸ ਨਾਲ ਜੋੜ ਕੇ ਤੇ ਉਹ ਬਣਾਈ ਗਈ ਹੈ। ਤੇ ਸਾਨੂੰ ਉਮੀਦ ਹੈ ਤੁਸੀਂ ਜਿਸ ਤਰ੍ਹਾਂ ਤੁਸੀਂ ਪਸੰਦ ਕੀਤੀ ਹੈ, ਬੜੀ ਮਿਹਰਬਾਨੀ ਤੁਹਾਡੀ, ਉਸ ਤਰ੍ਹਾਂ ਬਾਕੀ ਵੇਖਣ ਵਾਲਿਆਂ ਨੂੰ ਵੀ ਪਸੰਦ ਆਏ। ਇਹ ਯੂਕੇ 'ਚ ਤੇ ਇੰਗਲੈਂਡ 'ਚ ਤੇ ਬਹੁਤ ਪਸੰਦ ਕੀਤੀ ਜਾ ਰਹੀ। ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਸਰਕਲ ਹੈ, ਸਭ ਨੇ ਉਹਨਾਂ ਦਾ ਫੀਡਬੈਕ ਜਿਹੜਾ ਮਿਲਿਆ ਹੈ ਉਹ ਸਭ ਨੇ ਬਹੁਤ ਪਸੰਦ ਕੀਤੀ ਹੈ। ਔਰ ਇੱਕ ਚੀਜ਼ ਮੈਂ ਤੁਹਾਡੇ ਕੋਲ ਜ਼ਰੂਰ ਪੁੱਛਾਂਗੀ ਕਿ ਕਿਉਂਕਿ ਉਹਦੇ ਵਿੱਚ ਥੋੜੇ ਜਿਹੇ ਤੁਸੀਂ ਮਤਲਬ ਜਿਸ ਤਰ੍ਹਾਂ ਉਹਦਾ ਆਇਆ ਸੀ ਪ੍ਰੋਮੋ ਵੀ, ਤੇ ਉਹਦੇ ਵਿੱਚ ਕਿਸੇ ਨਾ ਕਿਸੇ ਨੇ ਆਪਣੇ ਖਿਆਲਾਂ ਦਾ ਇਜ਼ਹਾਰ ਵੀ ਕੀਤਾ, ਤੇ ਕਿਉਂਕਿ ਮੈਨੂੰ ਇੱਕ ਚੀਜ਼ ਫੀਲ ਹੋਈ, ਕਿਉਂਕਿ ਮੈਂ ਜਾਣਦੀ ਹਾਂ ਬਹੁਤ ਅੱਛੀ ਤਰ੍ਹਾਂ, ਉਹਦੇ 'ਚ ਥੋੜਾ ਜਿਹਾ ਨੁਜ਼ਰਤ ਅਬਾਸ ਦਾ ਵੀ ਇੱਕ ਜ਼ਰਾ ਜਿਹਾ ਆਇਆ, ਲੇਕਿਨ ਉਹ ਪਤਾ ਨਹੀਂ ਤੁਹਾਡੇ ਕੋਲੋਂ ਕੀ ਹੋਇਆ, ਬਿਕੋਜ਼ ਮੈਂ ਉਹਨਾਂ ਨੂੰ ਕਿਉਂਕਿ ਬਹੁਤ ਕਲੋਜ਼ਲੀ, ਔਰ ਮੇਰਾ ਖਿਆਲ ਹੈ ਕਿ ਮੈਂ ਕਲੇਮ ਕਰ ਸਕਦੀ ਹਾਂ ਇਸ ਵਕਤ ਐਸ ਗਿਮੀ ਟੀਵੀ ਤੇ ਬੈਠ ਕੇ ਕਿ ਸ਼ਾਇਦ ਉਹਨਾਂ ਦੇ ਉਹ ਲੋਕ ਜਿਹੜੇ ਉਹਨਾਂ ਨੂੰ ਸ਼ਾਇਦ 40 50 ਵਰੇ ਤੋਂ ਜਾਣਦੇ ਆ, ਉਹ ਉਂਝ ਨਹੀਂ ਉਹਨਾਂ ਨੂੰ ਜਾਣਦੇ ਜਿਸ ਤਰ੍ਹਾਂ ਮੈਂ ਉਹਨਾਂ ਨੂੰ ਜਾਣਦੀ ਹਾਂ, ਕਿਉਂਕਿ ਮੇਰਾ ਉਹਨਾਂ ਦੇ ਨਾਲ ਜਿੰਨੇ ਵੀ ਸਾਲਾਂ ਤੋਂ ਹੈ ਪਿੱਛੇ, ਜੋ ਤੋਂ ਕੋਈ 4-5 ਸਾਲ ਤੋਂ ਵਾਸਤਾ ਹੈ। ਤੇ ਮੇਰਾ ਖਿਆਲ ਹੈ, ਮੈਂ ਕਈ ਦਫਾ ਉਹਨਾਂ ਨੂੰ ਹੱਸ ਕੇ ਕਹਿੰਦੀ ਹਾਂ ਕਿ ਤੁਹਾਨੂੰ ਨਹੀਂ ਪਤਾ, ਤੁਸੀਂ ਵੀ ਨਹੀਂ ਆਪਣੇ ਆਪ ਨੂੰ ਜਾਣਦੇ ਜਿੰਨਾ ਮੈਂ ਜਾਣਦੀ ਹਾਂ। ਤੇ ਉਹ ਨਾ ਐਵੇਂ ਹੱਸ ਪੈਂਦੇ। ਖੈਰ ਮੇਰੇ ਉਹ ਬਹੁਤ ਮੇਰੇ ਮੁਰਸ਼ਿਦਾਂ ਵਾਂਗਰ ਹੈ, ਮੈਂ ਤੇ ਸਾਫ਼ ਗੱਲ ਕਰਾਂਗੀ, ਲੇਕਿਨ ਇਹ ਕਿ ਉਹ ਜਿਹੜਾ ਉਹਨਾਂ ਦਾ ਜੁਮਲਾ ਆਇਆ ਵਾ, ਉਹ ਇੰਝ ਲੱਗਦਾ ਹੈ ਕਿ ਜਿਸ ਤਰ੍ਹਾਂ ਉਹ ਇੱਕ ਨੈਗੇਟਿਵ ਰਿਮਾਰਕ ਹੈ। ਮੇਰਾ ਆਪਣਾ ਪਰਸੈਪਸ਼ਨ ਹੈ, ਤੁਸੀਂ ਮਤਲਬ ਇਹਦੇ ਤੋਂ ਉਹਦਾ ਜਵਾਬ ਜ਼ਰੂਰ ਦੇਣਾ। ਤੇ ਕਿਉਂਕਿ ਉਹ ਤੇ ਕਰਦੇ ਨੇ ਸਾਰਿਆਂ ਦੀ ਨਾ, ਤੁਸੀਂ ਦੇਖੋ ਉਹ ਇੱਕ ਖਾਤੂਨ ਹੋਣ ਦੇ ਨਾਤੇ, ਔਰ ਦੂਸਰਾ ਇਹ ਕਿ ਉਹ ਤੇ ਹਮੇਸ਼ਾ ਤੋਂ ਨਾ ਅਮਨ ਦੇ ਔਰ ਵਮਨ ਦੀ ਸਪੋਰਟ ਦੇ ਸਾਰੀ ਜ਼ਿੰਦਗੀ ਉਹਨਾਂ ਦੀ ਲੱਗ ਗਈ ਇਸੇ ਕੰਮ ਦੇ ਵਿੱਚ। ਤੇ ਉਹ ਤੁਹਾਨੂੰ ਥੋੜਾ ਜਿਹਾ ਚਾਹੀਦਾ ਸੀ ਕਿ ਤੁਸੀਂ ਕੁਛ ਨਾ ਕੁਛ ਤੇ ਉਹਦੇ ਕੋਈ ਅੱਗੇ ਪਿੱਛੇ ਹੋਏਗਾ, ਤੇ ਉਹ ਕੀ ਮਸਲਾ ਹੋ ਗਿਆ ਤੁਹਾਡਾ, ਉਹ ਮੈਨੂੰ ਥੋੜਾ ਜਿਹਾ ਮੈਨੂੰ पर्सनली फील होया। वो मैं आपको दो चीजें हैं जिसमें, एक तो ये था वो एक सवाल पूछ रही है कि कैसे बन सकते, यानी कि वो हमने उसको लिटरली उस तरह से नहीं लिया कि नहीं बन सकते, वो हमने उसको एक सवाल के तौर पे वहां पे देखा कि दोनों किस तरह से एक दूसरे के सहेली बन सकते हैं, वो अच्छा। मतलब क्या बातचीत हो। अच्छा। लेकिन आप ये कह रही हैं एक्चुअली थोड़ा सा ये जब फिर बिहाइंड द सीन्स हम आते हैं ना, जब एडिटिंग हो रही थी, फिल्म अपलोड होनी थी, तो हमारे कुछ लास्ट 24 आवर्स में कुछ बहुत प्रॉब्लम्स हो गए। अच्छा। जिसकी वजह से
जिसकी वजह से जब फिल्म अपलोड होनी थी हाँ, तो एक ये वाला जो सीन था, ये हमने जो एडिट किया हुआ था उसकी बजाय हमारा एक पुराना एक एडिट जो कि हमने लास्ट डे किया था, वो एज इट इज उठा के पेस्ट करना पड़ा, क्योंकि मैंने भी फील किया था कि ये जो नुसरत आपा का जो पॉइंट ऑफ व्यू है, ये इससे थोड़ा सा डिविएट लोग समझ सकते हैं कि कुछ और कह रही है। पर अच्छा, हमें हमें वो टाइम नहीं दिया गया, या हमें वो टाइम नहीं मिला कि हम उसको उस टाइम पे जब अपलोड होनी थी तो हम इसको ठीक कर सकते। अच्छा, अच्छा, और ये तो हमें क्लियर है कि वो क्या सोचती हैं, और इसी वजह से हम लोग की ये खासतौर पर उस्मा वगैरह की दोस्ती भी उनसे पॉइंट ऑफ व्यू के ऊपर ही है कि अच्छा, एक जो आपकी टेक्नोलॉजी होती है। अच्छा, और दूसरी तरफ ये है कि इंटरेस्टिंगली जो बाकी भी हमारे दोस्त जो उसमें खिलाफ भी बात कर रहे हैं ना, वो सब भी पीस के ही हामी है, लेकिन हमने थोड़े से, क्योंकि फिल्म के अंदर दिखाना था कि कुछ नेगेटिव कमेंट्स आ रहे हैं, कुछ पॉजिटिव आ रहे हैं, हाँ, हाँ, तो हम उन्हीं से रिक्वेस्ट की कि ठीक है आप असल में तो सोचते हैं कि पीस ही होना चाहिए, लेकिन हमें नेगेटिव कमेंट भी दे दें अच्छा। ताकि हमारी सोच सुधर जाए। लेकिन वो पता क्यों मुझे, इसलिए कि बहुत सारे लोग जो है ना, जिस तरह ਤੁਸੀਂ ਕੋਈ ਨਵੇਂ ਜਾਣਨ ਵਾਲੇ ਨੇ, ਨਵੇਂ ਜਾਣਨ ਵਾਲਿਆਂ ਨੂੰ ਤੇ ਨਹੀਂ ਪਤਾ ਨਾ, ਮਤਲਬ ਹੁਣ ਮੈਂ ਜਿਸ ਤਰ੍ਹਾਂ ਤੁਹਾਨੂੰ, ਮੈਂ ਤੇ ਸ਼ੋਅ ਦੇ ਉੱਤੇ ਕਹਿ ਰਹੀ ਹਾਂ ਨਾ ਵੀ ਮੈਂ ਤੇ ਬਕਾਇਦਾ ਕਲੇਮ ਕਰ ਰਹੀ ਹਾਂ ਕਿ ਮੇਰੇ ਨਾਲ ਤੇ ਕਈ ਦਫਾ ਇਹ ਹੋਇਆ ਕਿ ਕੋਈ ਦੂਸਰੇ ਲੋਕ ਹੋਣ ਤੇ ਉਹ ਕੋਈ ਗੱਲ ਕਹਿ ਰਹੇ ਹੁੰਦੇ ਤੇ ਮੈਂ ਉਹਨਾਂ ਨੂੰ ਕਹਿੰਦੀ ਹਾਂ ਨਹੀਂ ਇਹ ਇਸ ਤਰ੍ਹਾਂ, ਕਿਉਂਕਿ ਮੈਂ ਉਹਨਾਂ ਨੂੰ ਜਾਣਦੀ ਹਾਂ, ਮੈਂ ਪਰਸਨਲੀ ਮਤਲਬ ਉਹਨਾਂ ਨੂੰ ਇੱਕ ਮੇਰੀ ਆਪਣੀ ਉਹ ਖੋਜ ਸੀ ਕਿ ਮੈਂ ਜਾਣਾ ਕਿ ਇੱਕ ਐਸੀ ਬੰਦੀ ਜਿਹੜੀ ਇੰਨੇ ਸਾਲਾਂ ਤੋਂ ਕੰਮ ਕਰ, ਫਰੰਟ ਤੇ ਨਹੀਂ ਆਉਂਦੀ, ਦੂਜਿਆਂ ਨੂੰ ਸਪੋਰਟ ਕਰਦੀ ਹੈ, ਕੋਈ ਉਹਨੂੰ ਅਵਾਰਡ ਕੋਈ ਰਿਵਾਰਡ ਜ਼ਰੂਰਤ ਹੀ ਨਹੀਂ, ਐਸੀ ਬੰਦੀ ਜਿਹੜੀ ਕਿ ਉਹਨੂੰ ਦੂਸਰੇ ਮੁਲਕਾਂ ਚੋਂ ਅਵਾਰਡ ਤੇ ਰਿਵਾਰਡ ਵਾਸਤੇ ਬੁਲਾਇਆ ਜਾਂਦਾ ਹੈ, ਉਹ ਬੰਦੀ ਆਪਣਾ ਨਾਂ ਕੱਟ ਕੇ, ਔਰ ਇਹ ਉਹਨਾਂ ਨੇ ਨਹੀਂ ਮੈਨੂੰ ਦੱਸਿਆ, ਮੈਨੂੰ ਆਪਣੇ ਦੂਸਰੇ ਜਿਸ ਤਰ੍ਹਾਂ ਮੇਰੇ ਦੂਸਰੇ ਕੋਈ ਕੋਪਨਹੈਗਨ ਚ ਜਾਂ ਕੋਈ ਦੂਸਰੀ ਕੈਨੇਡਾ ਚ ਕੋਈ ਸਾਡਾ ਸਰਕਲ ਹੈ ਫਰੈਂਡਸ ਦਾ, ਉਹਨਾਂ ਤੋਂ ਪਤਾ ਚੱਲਿਆ, ਔਰ ਕਈ ਦਫਾ ਕਹਿਣਗੇ ਯਾਰ ਉਹ ਤੇ ਆਉਣ ਤੋਂ ਹੀ ਨਹੀਂ ਮੰਨਦੀ, ਉਹ ਤੇ ਅਸੀਂ ਉਹਨਾਂ ਨੂੰ ਇਹ ਅਵਾਰਡ ਦੇਣਾ, ਅਸੀਂ ਉਹਨਾਂ ਨੂੰ ਇੱਕ ਮਤਲਬ ਇੱਥੇ ਯੂਕੇ ਦੇ ਵਿੱਚ ਉਹਨਾਂ ਨੂੰ ਕੁਈਨ ਕੋਲੋਂ ਇੱਕ ਅਵਾਰਡ ਮਿਲਦਾ ਹੈ ਜਿਹੜਾ ਬੜਾ ਪ੍ਰੈਸਟੀਜੀਅਸ ਹੁੰਦਾ ਹੈ, ਤੁਸੀਂ ਕਮਿਊਨਿਟੀ ਚ ਕੰਮ ਕਰ, ਉਹ ਬੰਦੀ ਨੇ ਉਹ ਨਹੀਂ ਮਤਲਬ ਕਿ ਲੈਣ ਤੋਂ ਨਹੀਂ ਕਿ ਮੈਂ ਕੀਤਾ ਕੀ ਹੈ, ਇੱਕ ਐਸਾ ਬੰਦਾ ਜਿਹੜਾ ਇੰਨਾ ਕੁਝ ਕਰਨ ਤੋਂ ਬਾਅਦ ਵਜੂਦ ਉਹ ਕਹਿੰਦਾ ਨਹੀਂ ਮੈਂ ਤੇ ਹਲੇ ਵੀ ਸਟੂਡੈਂਟ ਹੈ, ਤੁਸੀਂ ਦੇਖੋ ਕਿ ਉਹ ਕਿਸ ਹੱਦ ਤੱਕ ਆਪਣੇ ਕੰਮ ਨਾਲ ਓਨੈਸਟ ਹੈ, ਕਿ ਜਿਹਨੂੰ ਕਿਸੇ ਕਿਸਮ ਦੀ ਜ਼ਰੂਰਤ। ਫਿਰ ਮੈਨੂੰ ਸਿਰਫ ਇਹ ਖਿਆਲ ਆਇਆ ਸੀ ਕਿ ਜਦੋਂ ਕੋਈ ਨਵਾਂ ਬੰਦਾ ਦੇਖੇਗਾ ਨਾ ਤੇ ਉਹ ਕੀ ਸਮਝੇਗਾ, ਉਹ ਸਮਝੇਗਾ ਕਿ ਹੈ ਨਾ। ਜੀ ਜੀ, ਜਦੋਂ ਅਸੀਂ ਇਹ ਸੀਨ ਜਿਹੜਾ ਉਹ ਬਣ ਰਿਹਾ ਸੀ ਔਰ ਸਾਡੇ ਜ਼ਿਹਨ 'ਚ ਸੀ ਕਿ ਇਹ ਕਿਸ ਤਰ੍ਹਾਂ ਆਏਗਾ ਔਰ ਕਿਸ ਤਰ੍ਹਾਂ ਰਿਕਾਰਡਿੰਗਸ ਅਸੀਂ ਚਲਾਉਣੀਆਂ ਨੇ, ਤੇ ਮੇਰੇ ਜ਼ਿਹਨ 'ਚ ਸਭ ਤੋਂ ਪਹਿਲੇ ਕਲਿੱਕ ਹੀ ਨਾ नुसरत आपा ਦਾ ਕੀਤਾ ਸੀ, ਔਰ ਮੈਨੂੰ ਪਤਾ ਸੀ ਕਿ ਜੋ ਮਰਜ਼ੀ ਹੋਏ ਉਥੋਂ ਇੱਕ ਪੋਜ਼ਿਟਿਵ ਹੀ ਕਮੈਂਟ ਆਣਾ ਹੈ, ਤੇ ਉਹਨਾਂ ਦਾ ਜਿਹੜਾ ਅਸੀਂ ਬਣਾਇਆ ਸੀ ਐਡਿਟ, ਉਹ ਅਸਲ 'ਚ ਡਿਵੈਲਪ ਹੋਣਾ ਸੀ। ਪਹਿਲੇ ਉਹਨਾਂ ਨੇ ਕਹਿਣਾ ਸੀ ਕਿ ਕੈਸੇ ਬਣ ਸਕਤੀ ਹੈ, ਫਿਰ ਉਹਨਾਂ ਨੇ ਅੱਗੇ ਜਿਹੜੇ ਆਪਣੇ ਡਾਇਲੌਗ ਸਨ ਉਹ ਅਸੀਂ ਇਸ ਤਰ੍ਹਾਂ ਡਿਵੈਲਪ ਕਰ ਰਹੇ ਸਾਂ ਕਿ ਪਹਿਲੇ ਥੋੜਾ ਸਕੂਨ ਨਾਲ ਚੱਲ ਰਿਹਾ, ਔਰ ਫਿਰ ਜਿਸ ਤਰ੍ਹਾਂ ਹੁੰਦਾ ਹੈ ਕਿ ਸ਼ੋਰ ਮਚ ਜਾਂਦਾ ਹੈ ਇੱਕਦਮ, ਔਰ ਫਿਰ ਉਹਦੇ ਵਿੱਚ ਉਹਨਾਂ ਦਾ ਉਹ ਪਰਸਨੈਲਿਟੀ ਉਸ ਤਰ੍ਹਾਂ ਹੀ ਆਣੀ ਸੀ। ਬਾਕੀ ਜਿਹੜੇ ਨੇ ਰੌਲਾ ਪਾ ਰਹੇ ਨੇ ਦੋਸਤੀ ਕਰੋ ਕਿਆ ਕਰ ਰਹੇ ਹੋ, ਕੋਈ ਕਹਿ ਰਿਹਾ ਕਿ ਨਹੀਂ ਇਹ ਹੋ ਹੀ ਨਹੀਂ ਸਕਦਾ, ਲੇਕਿਨ ਉਹਨਾਂ ਫਿਰ ਇੱਕ ਵਿੱਚ ਪੀਸਫੁਲ ਜਿਹਾ ਔਰ ਜਿਸ ਤਰ੍ਹਾਂ ਉਹਨਾਂ ਨੇ ਪਹਿਲੀ ਲਾਈਨ ਬੋਲੀ ਉਸ ਤਰ੍ਹਾਂ ਆਣਾ ਸੀ। तो ਅਸੀਂ ਤਿੰਨ ਬਣਾਏ ਹੋਏ ਸਨ ਕਿ ਪਹਿਲੇ ਇਹ ਲਾਈਨ ਉਹਨਾਂ ਨੇ ਬੋਲੀ ਹੈ, ਫਿਰ ਦੂਸਰੀ ਜੋ ਇਹ ਲਾਈਨ ਬੋਲਣਗੇ, ਔਰ ਤੀਸਰੀ ਦੇ ਵਿੱਚ ਜਦੋਂ ਖਤਮ ਹੋ ਰਿਹਾ ਹੋਏਗਾ ਤੇ ਉਦੋਂ ਸਾਡੇ ਕੋਲ ਸੁਮੇਲ ਸਿੰਘ ਸਾਹਿਬ ਸਨ, ਉਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਹੈ, ਔਰ ਐਂਡ ਅਸੀਂ नुसरत जी ਤੇ ਕਰ ਰਹੇ ਸਾਂ ਕਿਉਂਕਿ ਸਾਡੇ ਕੋਲ ਫੀਮੇਲ ਵੀ ਇੱਕ ਹੀ ਸੀ ਜਿਨ੍ਹਾਂ ਦਾ ਕਮੈਂਟ, ਬਾਕੀ ਸਾਰੇ ਮੇਲ, तो ਅਸੀਂ ਸ਼ੁਰੂ ਵੀ ਉਹਨਾਂ ਤੋਂ ਹੀ ਕਰ ਰਹੇ ਸਾਂ ਜੋ ਅਸੀਂ ਬਣਾਇਆ ਸੀ ਸਟਰਕਚਰ, ਅਸੀਂ ਸ਼ੁਰੂ ਵੀ नुसरत जी ਤੋਂ ਕਰਨਾ ਹੈ ਔਰ ਐਂਡ ਵੀ नुसरत जी ਤੋਂ ਕਰਨਾ ਹੈ। ਲੇਕਿਨ ਉਹ ਜਿਸ ਸਾਹਮਣੇ ਦੱਸਿਆ ਕਿ ਐਂਡ ਟਾਈਮ ਤੇ ਉਹ ਐਡਾ ਰੌਲਾ ਪੈ ਗਿਆ ਕਿ ਜਿਹੜਾ ਕੱਟ ਲੱਗਣਾ ਸੀ ਉਹ ਦੀ ਬਜਾਏ ਦੂਸਰਾ ਕੱਟ ਲੱਗ ਗਿਆ, और बस ऐसी कि 14 अगस्त हो गई है और फॉरन ਜਿਹੜੀ ਜਾਣੀ ਹੈ, ਔਰ ਟਾਈਮ ਇੰਨਾ ਸ਼ਾਰਟ ਸੀ ਤੇ ਉਹਦੇ ਵਿੱਚ ਫਿਰ ਹੋਰ ਵੀ ਕਾਫੀ ਗਲਤੀਆਂ ਹੋਈਆਂ ਨੇ, ਸਿਰਫ ਇਹ ਗਲਤੀ ਇੱਕ ਨਹੀਂ ਹੋਈ, ਲੇਕਿਨ ਮੈਨੂੰ ਬਹੁਤ ਮਹਿਸੂਸ ਹੋਈ ਜਦੋਂ ਮੈਂ ਅਸੀਂ ਤੇ ਹਿਸ਼ਾਮ ਨੇ ਫਸਟ ਕੱਟ ਜਿਹੜਾ ਉਹ ਵੇਖਿਆ ਵੀ ਨਹੀਂ ਹੈ, ਜਦੋਂ YouTube ਆਈ ਹੈ ਤੇ ਉਦੋਂ ਹੀ ਅਸੀਂ ਵੇਖਿਆ, ਇੰਨਾ ਵੀ ਟਾਈਮ नहीं ਸਾਨੂੰ ਮਿਲਿਆ, हमारे पास हमें इतना टाइम नहीं मिला कि हम उसको रिव्यू कर सकते इस एंड तक, इतना वो टाइम का प्रेशर था। अच्छा, वो रीजन हो गई कि 14 अगस्त के दिन तुसी रिलीज करनी सी, और हमारे लास्ट 24 आवर्स में कुछ प्रॉब्लम्स आ गए टेक्निकल, जिसकी वजह से ये प्रेशर बढ़ गया था।
लेकिन मैं पर्सनली बहुत माजरत चाहता हूँ और मेरे ख्याल में ये इस तरह से नहीं होना चाहिए था। आई एम रियली सॉरी, मैं उसकी हाँ रिस्पॉन्सिबिलिटी। नहीं चलो, जो लोग जानते हैं ना वो तो है, मैंने सिर्फ इसलिए ना क्योंकि कि जो जो नए बच्चे हैं, जैसे अभी आपको आपको अगर देखा जाए तो एक तरह से गोके, मैंने आपको पहले बात कही कि यहाँ पे हमारे बाहर मुल्कों में तो थोड़ा फर्क पड़ जाता है, जो हम लोग जो इधर उधर बैठे हुए हैं, लेकिन ये है कि हमारे पाकिस्तान में तो सपोर्ट करने वाले भी बहुत कम हैं। और सपोर्ट करने वाले क्या, बल्कि बड़ा सैड है, बड़ी उदास गल है, बड़ी दिल नूं तकलीफ हुंदी है कि अगे वधान वास्ते ते अगे चलान वास्ते हौसला अफजाई करनी चाहिए, पर जरा घट घट हुंदा है। मतलब कि तुहाडे वगरे जिहड़ा यूथ जिहड़े काम करना चाहते ने, कोई गल नहीं, गलतियां हो जांदियां, और मेरा ख्याल है कि इस शो के जरिए वो रेक्टिफिकेशन भी तुहाडे वल्लों हो गई है। लेकिन है कि मैं क्योंकि एक बंदा जिहड़ा ना, तुसीं देखो हुण जिस तरह मैं उस्मा ने कहा ना कि मेरे अब्बू इंज करते सी, हुण मैं जिस तरह मैं भी एक ना एक मिशन, एक जज्बे, एक अंदर दे जुनून दे नाल ही गिमी टीवी स्टार्ट किया होया। उस जुनून जज्बे दे विच मेरा मेरे अपने वालिद दा पंजाबी काम, उर्दू काम, और ओही पैशन है, ठीक है। और अगर हुण मैं मेहनत करदी जावां ते मेरी जिहड़ी ओ सच्चाई है, जिहड़ी मेरे अंदर दी सोच है, ਉਹਦੇ ਵਿੱਚ अगर किसी पासों कोई कदगन लग जाए, फिर वो दिल नूं बड़ा मतलब मैनूं होएगा ना कि नहीं बई मैं कोई कमर्शियल काम नहीं कर रही, मैं मतलब इस तरह करके वो सिर्फ इस पॉइंट ऑफ व्यू ना मैं अपने आप नूं रिलेट किया जो वो मैं सेंटेंस सुनिया। दूजी पता की गल हुई, क्योंकि मैं फीमेल है थोड़ा जा, उस्मा भी फीमेल है, तो मैनूं यह ख्याल है यार सारे ही इहदे च बंदे ने, मेल ने, ਤੇ ਜਿੱਥੋਂ ਫਿਲਮ ਰਿਲੀਜ਼ ਹੋ ਰਹੀ ਹੈ ਸ਼ਾਰਟ ਫਿਲਮ, ਉਹ ਵੀ ਮੇਲ ਸ਼ਵਲਿਜ਼ਮ ਦੀ ਸੁਸਾਇਟੀ, ਤੇ ਇੱਕ ਬੰਦੀ ਉਹ ਆਈ ਹੈ ਤੇ ਉਹਦਾ ਨਹੀਂ, ਉਹਦੀ ਮੇਰੇ ਖਿਆਲ ਹੈ ਕੁਝ ਥੋੜਾ ਜਿਹਾ ਮਸਲਾ ਤੁਹਾਡੇ ਐਡੀਟਰ ਕੋਲੋਂ ਕਿਸੇ ਕੋਲੋਂ ਹੋ ਗਿਆ ਹੈ ਜਾਂ ਕੁਝ ਟਾਈਮ ਦੀ ਵਜ੍ਹਾ ਤੋਂ ਹੋ ਗਿਆ, ਤੇ ਮੈਨੂੰ ਇਸ ਲਈ ਉਹ ਚੀਜ਼ ਨਾ ਥੋੜਾ ਫੀਮੇਲ ਹੋਣ ਦੀ ਵਜ੍ਹਾ ਨਾਲ ਹੀ ਨਾ, ਕਿਉਂਕਿ ਮੈਨੂੰ ਥੋੜਾ ਜਿਹਾ ਫੀਲ ਹੋਇਆ। ਅੱਛਾ ਉਹ ਤੇ ਬੰਦੀ ਬੜੀ ਬੀਬੀ ਹੈ, ਉਹਨੇ ਉਹ ਤੇ शायद दोबारा भी कोई कवेगा तो वो ते इन्नी वो ते रिश्ता जी बंदी है, किसी होर ने भी कोई अगर अगे चलन वाले बच्चे ने ना तो वो फौरन उन्होंने थपकी देगी, हाँ हाँ नहीं तेरे च बहुत हिम्मत है, और बहुत हौसला अफजाई करके वो डिगे हुए बंदे नूं ना खिलार दिंदे अपने अपनी हलाशेरी नाल। पर मैं क्या कि मेरे दिल च सी गल, ते मैं क्या मैं ते पुछ लैनी है, ते अच्छा हो गया ना, पता बाजुका दिलां च गल नहीं रखनी चाहिए, क्यों क्यों ना, है ना कि वो करके। लेकिन तुसी फिल्म बहुत अच्छी बनाई है, फिल्म दे विच जिहड़ा आखिर च जिहड़ा ओदे च पैगाम है कि उधरों भी ओनू वो कहंदा है बई जदों जो ये भी बहुत रियलिस्टिक है, जदों नेगेटिव कमेंट दिंदे पे ने उधरों भी लोग शुरू हो गए ने, उधरों भी शौक शुरू हो गए ने, ते सोशल मीडिया दे उत्ते मतलब धुम पै गई, और ओनू मतलब जाहिर है जिहड़ा तुसी ओ कॉन्सेप्ट दिता है वो बहुत अच्छा लग्या मैनूं कि बई तुसी देखो जिस असीं प्रोग्राम कर रहे हैं तो साडी व्यूअरशिप बहुत है, लेकिन ये भी कि व्यूअरशिप दी मैं तुहानूं मजे दी गल दसां कि सोशल मीडिया दे उत्ते यूट्यूब दे उत्ते मेरी अपनी पंजाबी बैठक दी जेहड़ी जेहड़ा मैं उर्दू दा भी एक शो करदी हां, ਉਹ ਤੁਸੀਂ ਇਹ ਦੇਖੋ ਕਿ ਜਿਹੜਿਆਂ ਨੇ ਸਬਸਕ੍ਰਾਈਬ ਨਹੀਂ ਕੀਤਾ ਨਾ ਉਹ 70% ਨੇ, ਤੇ ਜਿਹੜੇ ਜਿਹੜੇ मतलब लोग सब्सक्राइब करन तो बगैर वॉच करते ने, दे लव द शोज, हर मेहमान नूं इन्ना पसंद करते हैं सब कुछ, लेकिन वो कोई डिटेल मैनूं एडा टैक्नीकल नहीं पता, लेकिन मेरी टैक्नीकल टीम ने मैनूं दस्सिया कि मैडम ऐ वेखो जरा ਜਿਹੜੇ ਸਬਸਕ੍ਰਾਈਬਰ ਨਹੀਂ ਹੈ ਉਹ ਬਹੁਤੇ ਵੇਖਦੇ ਪਏ ਨੇ ਸ਼ੋ, ਤੇ ਤੁਸੀਂ ਨਾਲ ਨਾਲ ਕਿਹਾ ਕਰੋ ਕਿ ਜੀ ਹਾਂ ਜੀ ਅੱਛਾ, ਮੈਂ ਕਿਹਾ ਹਾਂ, ਤੇ ਹੁਣ ਮੈਂ ਇਸੇ ਗੱਲ ਨਾਲ ਮੈਂ ਕਹਿ ਰਹੀ ਹਾਂ ਜੀ ਪੰਜਾਬੀ ਬੈਟਰ ਨੂੰ ਵੀ ਸਬਸਕ੍ਰਾਈਬ ਕਰੋ, ਗਿਮੀ ਟੀਵੀ ਨੂੰ ਵੀ ਸਬਸਕ੍ਰਾਈਬ ਕਰੋ, ਔਰ ਜੇ ਤੁਸੀਂ ਬਗੈਰ ਸਬਸਕ੍ਰਾਈਬ ਤੋਂ ਵੇਖਦੇ ਹੋ ਤੇ ਕੋਈ ਫਰਕ ਨਹੀਂ ਪੈਂਦਾ, ਉੱਥੇ ਇੱਕ ਇਹ ਹਲਕੀ ਜੀ ਫਿੰਗਰ ਨਾਲ ਉਹਨੂੰ ਸਬਸਕ੍ਰਾਈਬ ਵੀ ਕਰ ਛੋੜੋ। ਪਰ ਇਹਦੇ ਨਾਲ ਨਾਲ ਮੈਂ ਵੀ ਕਹਾਂਗੀ ਕਿ ਚੰਪਾ ਤੇ ਚੰਬੇਲੀ, ਹਾਂਜੀ ਉਜ਼ਮਾ ਦੱਸੋ ਜ਼ਰਾ ਉਹ ਕਿਹੜੀ ਸਾਈਟ ਹੈ? जी प्राइम ते चंपा चंबेली, हाँ जी सी प्राइम ते चंपा ते चंबेली तुसी ओनू सबसक्राइब करना है, और वो जिहड़ी है पूरी शॉर्ट फिल्म वो तुसी देखनी है, जे ना वेखोगे तो फिर आप ही पछताओगे
ਕਿਉਂਕਿ ਉਹ ਬੜੀ ਮਜ਼ੇ ਦੀ ਫਿਲਮ ਹੈ। ਉਹ ਜਿੱਥੇ ਬੈਠੇ ਹੋਏ ਨੇ ਸਾਡੇ ਆਪਣੇ ਇੰਡੀਆ 'ਚ ਜਿੰਨੀ ਵੀ ਸਾਡੇ ਦੋਸਤ ਬੈਠੇ ਨੇ, ਔਰ ਵਿਕਰਮ ਮੈਂ ਤੂੰ ਪੁੱਤਰ ਬਹੁਤ ਐਕਟਿਵ ਆ ਤੇ ਤੂੰ ਆਪਣੇ ਗਰੁੱਪਾਂ ਦੇ ਵਿੱਚ ਅੱਗੇ ਫਾਰਵਰਡ ਕਰਨੀ ਆ ਤੇ ਵੇਖ ਜ਼ਰਾ ਉਹਦੇ 'ਚ ਉਹੀ ਪੀਸ ਦਾ ਮੈਸੇਜ ਜਿਹੜਾ ਤੂੰ ਦਿੰਨਾ ਸਾਰਿਆਂ ਨੂੰ। ਤੇ ਹੋਰ ਇੱਥੇ ਰਾਜਿੰਦਰ ਸਿੰਘ ਜੀ ਤੁਸੀਂ ਵੀ ਕਰਨਾ, ਉਹੀ ਪੈਗਾਮ ਹੈ ਜਿਹੜਾ ਕਿ ਤੁਸੀਂ ਆਪਣੇ ਟਰਸਟ ਦੇ ਥਰੂ ਸਭ ਨੂੰ ਦਿੰਦੇ ਪਏ ਹੋ। ਤੇ ਆਪਣੇ ਬੱਚੇ ਨੇ, ਆਪਣੇ ਬੱਚਿਆਂ ਨੂੰ ਅਸੀਂ ਹੌਸਲਾ ਦੇਣਾ ਹੈ। ਥੋੜੀਆਂ ਬਹੁਤੀਆਂ ਜਿਹੜੀਆਂ ਇਹਦੇ ਵਿੱਚ ਗਲਤੀਆਂ ਹੋਈਆਂ ਨੇ ਇਹਦੇ ਤੋਂ ਹੀ ਇਹ ਸਿੱਖਣਗੇ। ਔਰ ਹੋਰ ਜਨਾਬ ਜਾਂਦੀਆਂ ਇਸ ਪਲੇਟਫਾਰਮ ਤੇ ਤੁਸੀਂ ਕੁਝ ਕਹਿਣਾ ਚਾਹੋ ਮੁਨੱਵਰ अपने ऑडियंस ਨੂੰ, कोई पैगाम देना चाहो? नहीं, मैं रिक्वेस्ट कर रहा था कि अगर हो सके तो आप वीडियो के नीचे उसका लिंक अगर फिल्म का लगा दूंगी, बिल्कुल लगा दूंगी, डोंट वरी, बिल्कुल लगाऊंगी। और आप एक रिक्वेस्ट ये है कि अच्छी लगे या बुरी लगे रिस्पांस जरूर दें YouTube पे। बिल्कुल ठीक है जी, ਤੁਹਾਡਾ ਪੈਗਾਮ ਪਹੁੰਚ ਗਿਆ। ਤੇ ਉਸਮਾ ਜੀ ਤੁਸੀਂ ਵੀ ਦੱਸੋ, ਕੁਝ ਕਹਿਣਾ ਚਾਹੋ? ਅੱਡੀ ਸੋਹਣੀ ਉਰਦੂ ਪੰਜਾਬੀ ਬੋਲਦੀ ਹੈ ਉਸਮਾ, ਤੂੰ ਬੜੀ ਮਿੱਠੀ ਮਿੱਠੀ ਬੋਲਨੀ। ਹੁਣ ਪਤਾ ਤੈਨੂੰ ਮੈਂ ਟਾਸਕ ਦੇਣਾ, ਅਗਲੀ ਸ਼ਾਰਟ ਫਿਲਮ ਆਉਣ ਤੱਕ ਨਾ ਤੇ ਸ਼ਾਮ ਨੂੰ ਪੰਜਾਬੀ ਸਿਖਾ ਦੇਣੀ। बिल्कुल जी, ठीक है, ठीक है। एक शॉर्ट फिल्म पंजाबी में कर लेते हैं। ठीक है, हो जाएगी और शॉर्ट फिल्म भी पंजाबी ਚ ਆ ਜਾਏਗੀ। हाँ बिल्कुल। ਤੇ ਉਸਮਾ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਜਿਹੜਾ ਕੰਮ ਕਰ ਰਹੇ ਹੋ, ਤੁਹਾਡੇ ਵਰਗੇ ਜਿੰਨੇ ਵੀ ਯੰਗ ਨੇ ਸਾਡੀਆਂ ਬੱਚੀਆਂ, ਬੇਟੀਆਂ, ਭੈਣਾਂ ਜਿਹੜੀਆਂ ਕੰਮ ਕਰ ਰਹੀਆਂ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਦਵੋ ਜੀ, ਅੱਜ ਪਲੇਟਫਾਰਮ ਹੈ ਤੁਹਾਡੇ ਕੋਲ। ਮੈਂ ਜੀ ਇਸ ਪਲੇਟਫਾਰਮ ਦੇ ਥਰੂ ਇਹ ਹੀ ਕਹਿਣਾ ਚਾਹਾਂਗੀ ਕਿ ਇਸ ਤਰ੍ਹਾਂ ਦਾ ਯੰਗ ਟੈਲੈਂਟ, ਇਵਨ ਹਿਸ਼ਾਮ ਨੇ ਇਹਦੇ ਵਿੱਚ ਸਿਰਫ ਇਹ ਨਹੀਂ ਹੈ ਕਿ ਮੈਂ ਰਾਈਟਿੰਗ ਦੇ ਵਿੱਚ ਔਰ ਹੋਰ ਚੀਜ਼ਾਂ ਦੇ ਵਿੱਚ ਮੈਨੂੰ ਚਾਂਸ ਦਿੱਤਾ ਹੈ, ਬਲਕਿ ਜੋ ਏਡੀ ਨੇ ਇਹਨਾਂ ਦੇ ਨਾਲ, ਉਹ ਇਹਨਾਂ ਦੇ BNU ਤੋਂ ਹੀ ਉਹਨਾਂ ਨੇ ਗ੍ਰੈਜੂਏਟ ਕੀਤਾ ਹੋਇਆ, ਸ਼ਾਹਰੁਖ ਸਰਫਰਾਜ਼ ਨੇ, ਤੇ ਉਹ ਪਹਿਲੀ ਵਾਰੀ ਉਹਨਾਂ ਨੂੰ ਵੀ ਨਾਲ ਰੱਖਿਆ ਹੈ। ਔਰ ਹਰ ਵਾਰੀ ਜਦੋਂ ਵੀ ਕੋਈ ਪ੍ਰੋਜੈਕਟ ਆਉਂਦਾ ਤੇ ਇਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਨਵੇਂ ਜਿਹੜੇ ਬੱਚੇ ਨੇ, ਜਿਹੜੇ ਹਜੇ ਗ੍ਰੈਜੂਏਟ ਜਿਨ੍ਹਾਂ ਨੇ ਕੀਤਾ ਔਰ ਜਿਹੜੇ ਲੱਭਦੇ ਫਿਰਦੇ ਨੇ ਕਿ ਕਿੱਥੇ ਜਾਈਏ ਔਰ ਕੀ ਕਰੀਏ, ਤੇ ਫਿਰ ਉਸ ਫਿਲਮ ਦੇ ਵਿੱਚ ਜਿਵੇਂ ਜਿਹੜਾ ਹੈ ਚੰਬੇਲੀ ਹੈ, ਉਹਦਾ ਦਿਲ ਤੇ ਕੁਝ ਹੋਰ ਹੈ, ਕੀਤਾ ਉਹਨੇ ਫਿਲਮ ਮੇਕਿੰਗ ਹੋਈ ਹੈ, ਲੇਕਿਨ ਉਹ ਫਿਰ ਮਤਲਬ ਫਿਰ ਤੁਹਾਨੂੰ ਫਰੂਟ ਦੀ ਰੇਹੜੀ ਵੀ ਲਾਣੀ ਪਵੇ ਤੇ ਤੁਸੀਂ ਲਾਉਂਦੇ ਹੋ। ਉਸ ਪਾਸੇ ਜਾਣ ਦੀ ਬਜਾਏ ਅਸੀਂ ਜਿੰਨਾ ਉਹਨਾਂ ਨੂੰ ਹੈਲਪ ਕਰ ਸਕੀਏ, ਜੋ ਉਹਨਾਂ ਦਾ ਪੈਸ਼ਨ ਹੈ, ਜਿਹਦੇ ਵਿੱਚ ਉਹਨਾਂ ਨੇ ਆਪਣੀ ਜਾਨ ਮਾਰੀ ਹੈ, ਡਿਗਰੀ ਕੀਤੀ ਹੈ ਔਰ ਜੋ ਕਰਨਾ ਚਾਹੁੰਦੇ ਨੇ, ਤੇ ਅਗਰ ਉਹਨੂੰ ਪ੍ਰਮੋਟ ਕਰਨ ਵਾਸਤੇ ਔਰ ਉਹਨੂੰ ਅੱਗੇ ਲਿਆਉਣ ਵਾਸਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਤੁਸੀਂ ਲਾਈਕ ਕਰੋ, ਇਸ ਤਰ੍ਹਾਂ ਦੇ ਚੈਨਲ ਸਬਸਕ੍ਰਾਈਬ ਕਰੋ, ਉਹਨਾਂ ਨੂੰ ਹੱਲਾਸ਼ੇਰੀ ਦਿਓ, ਉਹਨਾਂ ਨੂੰ ਦਿਲਾਸਾ ਦਿਓ ਕਿ ਹਾਂਜੀ ਇਹ ਕੰਮ ਵੀ ਅੱਗੇ ਵੱਧ ਸਕਦਾ ਹੈ, ਇਹ ਵੀ ਓਨਾ ਹੀ ਇੰਪੋਰਟੈਂਟ ਔਰ ਓਨਾ ਹੀ ਸੋਹਣਾ ਕੰਮ ਹੈ ਜਿਵੇਂ ਬਾਕੀ ਪ੍ਰੋਫੈਸ਼ਨਸ ਹੁੰਦੇ ਨੇ। ਤੇ ਬਸ ਇਹ ਇੱਕ ਮੈਸੇਜ, ਬਹੁਤ ਵਧੀਆ ਮੈਸੇਜ ਦਿੱਤਾ। ਮੈਨੂੰ ਇਸ ਤਰ੍ਹਾਂ ਕਰਾਂਗੀ, ਰਿਲੇਟ ਕਰਾਂਗੀ, ਕਿਉਂਕਿ ਦੇਖੋ ਮੇਰੇ ਵਾਲਿਦ ਸਾਹਿਬ ਜਦੋਂ ਹੁਣ ਤੇ 10 ਸਾਲ ਹੋ ਗਏ ਪਰਦਾ ਨਿਸ਼ਚਿਨ ਕਰ ਗਏ, ਉਹ ਜਿਸ ਵਕਤ ਉਹਨਾਂ ਦਾ ਟਾਈਮ ਸੀ ਜਦੋਂ ਉਹ ਰੇਡੀਓ ਪਾਕਿਸਤਾਨ ਚ ਕੰਟਰੋਲਰ ਸੀ, ਫਿਰ ਉਹ ਜਿਸ ਵਕਤ ਪ੍ਰੋਗਰਾਮ ਫਰਾਈਡੇ ਟਾਈਮਸ ਤੇ ਅੱਜਕੱਲ ਚ ਕੰਮ ਕਰਦੇ ਸੀ ਆਫਟਰ ਰਿਟਾਇਰਮੈਂਟ, ਉਸ ਵਕਤ ਉਹ ਮੈਨੂੰ ਯਾਦ ਹੈ ਕਿ ਹੁਣ ਮੈਂ ਉਹ ਬਹੁਤ ਵੱਡੇ ਸੈਲੀਬ੍ਰਿਟੀਜ਼ ਨੇ 5-6 ਦਾ ਮੈਂ ਇੰਟਰਵਿਊ ਕੀਤਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਸ ਵਕਤ ਅੱਜ ਅਸੀਂ ਸੈਲੀਬ੍ਰਿਟੀ ਔਰ ਬਹੁਤ ਅੱਛਾ ਉਹ ਕੰਮ ਕਰ ਰਹੇ ਨੇ ਉਰਦੂ ਪੰਜਾਬੀ ਚ। ਉਹਨਾਂ ਨੇ ਮੈਨੂੰ ਕਿਹਾ ਕਿ ਉਸ ਟਾਈਮ ਤੇ ਜਦੋਂ ਅਸੀਂ 20-21 ਸਾਲ ਦੇ ਸਾਂ ਤੇ ਸਲੀਮ ਖਾਨ ਗਿੰਮੀ ਨੇ ਸਾਨੂੰ ਚਾਂਸ ਦਿੱਤਾ। ਸਾਨੂੰ ਮੈਂ ਉਸ ਵਕਤ ਉਹ ਫਰਾਈਡੇ ਟਾਈਮਸ ਦੀ ਟੀਮ ਜਿਸ ਵਕਤ ਬਣ ਰਹੀ ਸੀ, ਮੈਂ ਉਸ ਵਕਤ ਫੀਲਡ ਰਿਪੋਰਟਰ, ਮੈਂ ਜਰਨਲਿਜ਼ਮ ਚ ਕੀਤਾ ਸੀ ਤੇ ਫੀਲਡ ਰਿਪੋਰਟਰ ਮੈਂ ਸਾਂ ਤੇ ਮੈਨੂੰ ਨੌਕਰੀ ਨਹੀਂ ਸੀ ਮਿਲਦੀ, ਤੇ ਐਸ ਉਹਨਾਂ ਨੇ ਕਿਹਾ ਚੱਲ ਆ ਜਾ, ਔਰ ਫਿਰ ਉਹਨਾਂ ਨੇ ਕੰਮ ਚਲਾਇਆ ਤੇ ਅੱਜ ਉਹ ਮੰਨਿਆ ਪਰਮੰਨਿਆ ਨਾਮ ਹੈ ਪਾਕਿਸਤਾਨ ਦੇ ਵਿੱਚ ਨਹੀਂ ਸਿਰਫ ਪੂਰੀ ਦੁਨੀਆ 'ਚ। ਠੀਕ ਹੈ, ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਹਸ਼ਾਮ ਕਰ ਰਹੇ ਨੇ ਕੰਮ ਜ਼ਰੂਰ ਕਰਨਾ ਚਾਹੀਦਾ। ਤੁਸੀਂ ਤੁਹਾਡੀ ਕੁਆਲਿਟੀਜ਼ ਨੇ, ਤੁਹਾਡੀ ਬਲੈਸਿੰਗ ਨੇ, ਤੁਹਾਡੇ ਮਾਪਿਆਂ ਦੀਆਂ ਦੁਆਵਾਂ ਨੇ ਇੱਕ ਜਗ੍ਹਾ ਤੇ ਪਹੁੰਚਾਇਆ। ਆਪਣੀ ਸਟਰਗਲ ਵੀ ਕਰੋ, ਉਹਦੇ ਨਾਲ ਨਾਲ ਜਿਹੜੇ ਬੱਚੇ ਤੁਹਾਡੇ ਤੋਂ ਨੀਚੇ ਹਲੇ ਇੰਜ ਜਿਵੇਂ ਪੌਦੇ ਉੱਗਦੇ ਪਏ ਨੇ, ਤੇ ਮਜ਼ਾ ਤੇ ਤਾਂ ਹੀ ਹੈ ਨਾ ਕਿ ਤੁਸੀਂ ਉਹਦੇ ਵਿੱਚ ਪਾਣੀ ਪਾਓ, ਹੈ ਨਾ। ਤੇ ਮੈਂ ਬਹੁਤ ਅੱਛੀ ਗੱਲ ਲੱਗੀ ਕਿਉਂਕਿ ਇਸੇ ਤਰ੍ਹਾਂ ਕੰਮ ਕਰਦੇ ਜਾਣਾ ਚਾਹੀਦਾ। ਔਰ ਮੈਂ ਜਿਹੜਾ ਤੁਹਾਨੂੰ ਵੀ ਅੱਜ ਇੱਥੇ ਬੁਲਾਉਣ ਦਾ ਮਕਸਦ ਹੈ ਇਹ ਕਿ ਸ਼ਾਇਦ ਜਦੋਂ
ਕੱਲ ਨੂੰ ਮੈਂ ਬਹੁਤ 80 ਸਾਲ ਦੀ ਹੋ ਜਾਂ ਤੇ ਤੁਸੀਂ ਮਾਸ਼ਾਅੱਲਾ ਕਿਤੇ ਸੁਪਰੀਮ ਤੇ ਪਹੁੰਚੇ ਹੋਗੇ, ਤੁਸੀਂ ਕਹੋ ਹਾਂ ਗਿਮੀ ਟੀਵੀ ਨੇ ਸਾਡਾ ਉਦੋਂ ਲਿਆ ਸੀ ਇੰਟਰਵਿਊ ਜਦੋਂ ਅਸੀਂ ਚੰਪਾ ਤੇ ਚੰਬੇਲੀ ਬਣਾਈ ਸੀ, ਹੈ ਨਾ। ਬਿਲਕੁਲ, ਜਿਵੇਂ ਤੁਹਾਡੇ ਤੁਸੀਂ ਆਪਣੇ ਫਾਦਰ ਬਾਰੇ ਗੱਲ ਕਰ ਰਹੇ ਹੋ, ਇਹੋ ਜਿਹੇ ਲੋਕ ਹੀ ਨੇ ਜਿਨ੍ਹਾਂ ਦੀ ਲੱਗੀ ਜਾਗ ਹੈ ਜਿਹੜੀ ਚੱਲਦੀ ਪਈ ਹੈ, ਔਰ ਜਿਹੜੀ ਹਿਸ਼ਾਮ ਔਰ ਇਸ ਤਰ੍ਹਾਂ ਦੇ ਹੋਰ ਲੋਕ ਜਿਹੜੇ ਚਾਹੁੰਦੇ ਨੇ ਕਿ ਪੋਜ਼ਿਟਿਵ ਜਿਹੜੀ ਚੀਜ਼ ਹੈ, ਮਤਲਬ ਜੋ ਸਾਡੇ ਨਾਲ ਹੋਈ ਹੈ ਉਹ ਅੱਗੇ ਨਾ ਹੋਵੇ। ਇੱਕ ਲੋਕ ਉਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਠੀਕ ਹੈ ਸਾਡੇ ਨਾਲ ਜੋ ਹੋਈ ਹੈ ਅਸੀਂ ਅੱਗੇ ਵੀ ਵਹੀ ਕਰਨਾ, ਦੂਜੇ ਉਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਨਹੀਂ ਜੋ ਪੀ ਅਸੀਂ ਕੱਟੀ ਹੈ ਅਸੀਂ ਅੱਗੇ ਹੌਲਾ ਕਰੀਏ, ਰਾਹ ਜਿਹੜਾ ਬਣਾਈਏ, ਰਾਹ ਸਵਾਰਾ ਕਰੀਏ, ਉਹਨੂੰ ਰਸਤਾ ਦੇਈਏ ਕਿ ਰਸਤੇ ਦੇ ਵਿੱਚ ਜਿਹੜੇ ਕੰਢੇ ਜਿਹੜੇ ਅਸੀਂ ਜਿਨ੍ਹਾਂ ਤੋਂ ਗੁਜ਼ਰ ਕੇ ਆਏ ਆ ਉਹਨੂੰ ਜਿੰਨਾ ਘੱਟ ਕਰ ਸਕੀਏ, ਸਾਡੀ ਪੂਰੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹਨਾਂ ਦਾ ਰਾਹ ਥੋੜਾ ਸਵਾਰਾ ਕਰ ਦਈਏ। ਤੇ ਉਹਨਾਂ ਦੀ ਲੱਗੀ ਜਾਗ ਹੈ ਜਿਹੜੀ ਲੜੀ ਉਹ ਲੜੀ ਚੱਲਦੀ ਆ ਰਹੀ ਹੈ, ਦੀਵੇ ਨਾਲ ਦੀਵਾ ਬਲਦਾ ਜਾ ਰਿਹਾ ਹੈ। ਸਾਡਾ ਪੈਗਾਮ ਵੀ ਆਈਏ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਹੈ ਜਿਹੜੇ ਸਾਡੇ ਅੱਗੇ ਆਉਣ ਵਾਲੇ ਨੇ, ਔਰ ਅਸੀਂ ਵੀ ਹਜੇ ਨਵੇਂ ਆ, ਅਸੀਂ ਸਟੂਡੈਂਟ ਹੀ ਆ, ਸਿੱਖ ਹੀ ਰਹੇ ਆ, ਲੇਕਿਨ ਉਹਨਾਂ ਨੂੰ ਵੀ ਪ੍ਰਮੋਟ ਕਰੋ, ਸਾਨੂੰ ਵੀ ਦੱਸੋ ਕਿ ਅਸੀਂ ਕਿਸ ਤਰ੍ਹਾਂ ਦੀ ਸ਼ੈ ਬਣਾਈ ਹੈ। ਤੁਹਾਨੂੰ ਬਹੁਤ ਵਧੀਆ ਇਹੀ ਪੈਗਾਮ ਹੈ, ਇਹੀ ਚੀਜ਼ ਜਿਹੜੀ ਹੈ ਜੋ ਸ਼ਾਮ ਨੇ ਕਹੀ, ਜੋ ਉਜ਼ਮਾ ਨੇ ਕਹੀ, ਇਸੇ ਤਰ੍ਹਾਂ ਅਸੀਂ ਦੀਵਿਆਂ ਨਾਲ ਦੀਵੇ ਅੱਗੇ ਬਾਲਨੇ ਆ। ਅਸੀਂ ਉਸ ਕੈਟੇਗਰੀ ਤੇ ਉਸ ਰਸਤੇ ਤੇ ਨਹੀਂ ਜਾਣਾ, ਅਸੀਂ ਉਸ ਰਸਤੇ 'ਚ ਜਾਣਾ ਜਿਹੜੇ ਕੰਢੇ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਕੱਢੇ, ਉੱਥੋਂ ਉਸ ਰਸਤਾ ਸਾਡੇ ਲਈ ਬਣਾਇਆ। ਅਸੀਂ ਅੱਗੇ ਜਿਹੜੇ ਕੰਢੇ ਨੇ ਉਹ ਕੱਢ ਕੇ ਪਾਸੇ ਕਰਨਾ ਹੈ ਤੇ ਅਗਲਿਆਂ ਨੂੰ ਰਸਤਾ ਦੇਣਾ ਹੈ। ਗਿਮੀ ਟੀਵੀ ਤੁਹਾਡਾ ਬਹੁਤ ਧੰਨਵਾਦ ਹੈ, ਬਹੁਤ ਸ਼ੁਕਰਗੁਜ਼ਾਰ ਹੈ। ਹਸ਼ਾਮ ਇਸੇ ਤਰ੍ਹਾਂ ਕੰਮ ਕਰਦੇ ਰਹੋ ਪੁੱਤਰ, ਔਰ ਉਜ਼ਮਾ ਇਸੇ ਤਰ੍ਹਾਂ ਤੁਸੀਂ ਕਰਦੇ ਰਹੋ, ਨਾਲ ਹਸ਼ਾਮ ਨੂੰ ਤੁਸੀਂ ਪੰਜਾਬੀ ਵੀ ਸਿਖਾਣਾ ਤੇ ਫਿਰ ਮਿਲਾਂਗੇ। ਤੇ ਇੰਜੀ ਥੈਂਕ ਯੂ ਸੋ ਮਚ ਫॉर योर ਟਾਈਮ, ਔਰ ਤੁਹਾਡੀ ਔਰ ਸਾਨੂੰ ਇਹ ਚਾਂਸ ਦੇਣ ਦਾ, ਤੁਹਾਡੇ ਨਾਲ ਮੁਲਾਕਾਤ ਦਾ ਨਾ ਮਜ਼ਾ ਆਇਆ, ਇੰਨੀਆਂ ਸੋਹਣੀਆਂ ਗੱਲਾਂ ਤੁਹਾਡੇ ਨਾਲ ਕਰਨ ਨੂੰ ਮਿਲੀ। ਬੜੀ ਮਿਹਰਬਾਨੀ ਗਿਮੀ ਟੀਵੀ ਦੀ ਵੀ ਤੇ ਤੁਹਾਡੀ ਵੀ। Thank you. It's my honor. I'm so grateful. Thank you.